ਸ੍ਰੀ ਵਾਹਿਗੁਰੂ ਸਾਹਿਬ ਜੀ। ਧਿਆਨ ਮੂਲ ਗੁਰ ਦਰਸਨੋ, ਪੂਰਨ ਬ੍ਰਹਮ ਜਾਣ ਜਾਣੋਈ। ਪੂਜ ਮੂਲ ਸਤਿਗੁਰ ਚਰਨ, ਕਰ ਗੁਰਦੇਵ ਸੇਵ ਸੁਖ ਹੋਈ। ਮੰਤਰ ਮੂਲ ਸਤਿਗੁਰ ਬਚਨ, ਇਕ ਮਨ ਹੋਏ ਅਰਾਧੈ ਕੋਈ। ਮੋਖ ਮੂਲ ਕਿਰਪਾ ਗੁਰੂ, ਜੀਵਨ ਮੁਕਤ ਸਾਧ ਸੰਗ ਸੋਈ। ਆਪ ਗਣਾਏ ਨਾ ਪਾਈਐ, ਆਪ ਗਵਾਏ ਮਿਲੈ ਵਿਰਲੋਈ। ਆਪ ਗਵਾਏ ਆਪ ਹੈ, ਸਭ ਕੋ ਆਪ ਆਪੈ ਸਭ ਕੋਈ। ਗੁਰ ਚੇਲਾ ਚੇਲਾ ਗੁਰ ਹੋਈ। ਗੁਰ ਚੇਲਾ ਚੇਲਾ ਗੁਰ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ, ਕਰੁਣਾ ਨਿਧਾਨ, ਗੁਰਗੱਦੀ ਤੇ ਬਿਰਾਜਮਾਨ, ਚਵਰ ਛਤਰ ਤਖਤ ਦੇ ਮਾਲਕ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜੀਏ। 26ਵੀਂ ਵਾਰ ਦੀ 6ਵੀਂ ਪੌੜੀ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ। ਇਸ 6ਵੀਂ ਪੌੜੀ ਦੇ ਅੰਦਰ ਭਾਈ ਗੁਰਦਾਸ ਸਾਹਿਬ ਜੀ, ਜਿਵੇਂ ਆਪਾਂ ਕੱਲ੍ਹ ਗੁਰੂ ਦੀ ਉਸਤਤ ਸਰਵਣ ਕੀਤੀ ਹੈ, ਸੋ ਉਸ ਲੜੀ ਨੂੰ ਅੱਗੇ ਵਧਾਉਂਦੇ ਹੈ। ਇਸ ਪੌੜੀ ਦੇ ਅੰਦਰ ਸਤਿਗੁਰੂ ਦੀ ਉਸਤਤੀ ਕਰਦੇ ਹੈ, ਸਤਿਗੁਰੂ ਦੀ ਵਡਿਆਈ ਕਰਦੇ ਹੈ। ਗੁਰੂ ਵਰਗਾ ਕੋਈ ਨਹੀਂ, ਤੇ ਗੁਰੂ ਸਾਡਾ ਮੂਲ ਹੈ, ਸਾਡਾ ਮੁੱਢ ਹੈ। ਸੋ ਜਦੋਂ ਤੱਕ ਮੁੱਢ ਦੇ ਨਾਲ ਜੁੜੇ ਰਹੀਏ ਤਾਂ ਜੀਵਨ ਹਰਿਆ ਭਰਿਆ ਰਹਿੰਦਾ ਹੈ। ਜਿਹੜੇ ਆਪਣੇ ਮੂਲ ਦੇ ਨਾਲੋਂ ਮੁੱਢ ਦੇ ਨਾਲੋਂ ਟੁੱਟ ਜਾਂਦੇ ਨੇ, ਉਹ ਰੁਲ ਜਾਂਦੇ ਨੇ। ਪੱਤਾ ਟਾਹਣੀ ਨਾਲ ਜੁੜਿਆ ਹੋਵੇ, ਹਰਿਆ ਭਰਿਆ ਰਹਿੰਦਾ ਹੈ, ਪਰ ਜਦੋਂ ਟਾਹਣੀ ਤੋਂ ਵਿਛੜ ਗਿਆ, ਉਹ ਜ਼ਮੀਨ 'ਤੇ ਡਿੱਗਦਾ, ਹਵਾਵਾਂ ਆਉਂਦੀਆਂ ਉਡਾ ਕੇ ਲੈ ਜਾਂਦੀਆਂ, ਉਹ ਪੱਤਾ ਰੁਲ ਜਾਂਦਾ ਹੈ। ਫੁੱਲ ਟਾਹਣੀ ਦੇ ਨਾਲ ਜੁੜਿਆ ਹੈ, ਸੁਗੰਧੀ ਦਿੰਦਾ, ਖਿੜਿਆ ਹੈ, ਟਾਹਣੀ ਨਾਲੋਂ ਟੁੱਟ ਕੇ ਉਹ ਮੁਰਝਾ ਜਾਂਦਾ ਹੈ। ਸੋ ਗੁਰੂ ਮੂਲ ਹੈ, ਮੁੱਢ ਹੈ। ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜੇ ਰਹਿੰਦੇ ਹੈ, ਉਹ ਫੁੱਲ ਵਾਂਗ ਖਿੜੇ ਰਹਿੰਦੇ ਹੈ, ਅਤੇ ਗੁਰੂ ਨਾਲੋਂ ਟੁੱਟ ਕੇ ਜੀਵਨ ਮੁਰਝਾ ਜਾਂਦਾ ਹੈ। ਸੋ ਆਓ ਭਾਈ ਗੁਰਦਾਸ ਸਾਹਿਬ ਜੀ ਇਸ ਪੌੜੀ ਦੇ ਅੰਦਰ ਅੰਮ੍ਰਿਤਮਈ ਬਚਨ ਉਚਾਰ ਕੇ ਗੁਰੂ ਦੀ ਉਸਤਤ ਕਰ ਰਹੇ ਹਨ। ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਧਿਆਨ ਮੂਲ ਗੁਰ ਦਰਸਨੋ, ਪੂਰਨ ਬ੍ਰਹਮ ਜਾਣ ਜਾਣੋਈ।
ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਗੁਰੂ ਦਾ ਦਰਸ਼ਨ ਸਾਰੇ ਧਿਆਨਾਂ ਦਾ ਮੂਲ ਹੈ, ਮੁੱਢ ਹੈ। ਕੋਈ ਕਿਸੇ ਦਾ ਧਿਆਨ ਕਰਦਾ ਹੈ, ਕੋਈ ਕਿਸੇ ਦਾ ਧਿਆਨ ਧਾਰਦਾ ਹੈ। ਗੁਰੂ ਕਾ ਸਿੱਖ ਕੀ ਕਰਦਾ? ਗੁਰੂ ਦੇ ਦਰਸ਼ਨ ਕਰਦਾ ਹੈ, ਕਿਉਂਕਿ ਗੁਰੂ ਦਾ ਦਰਸ਼ਨ ਸਾਰੇ ਧਿਆਨਾਂ ਦਾ ਮੂਲ ਹੈ, ਮੁੱਢ ਹੈ। ਪੂਰਨ ਬ੍ਰਹਮ, ਗੁਰੂ ਪੂਰਨ ਬ੍ਰਹਮ ਦਾ ਸਵਰੂਪ ਹੈ। ਜਾਣ ਜਾਣੋਈ, ਕੋਈ ਜਾਣਨ ਵਾਲਾ ਹੀ ਇਸ ਗੱਲ ਨੂੰ ਜਾਣਦਾ ਹੈ, ਸਮਝਦਾ ਹੈ। ਜਾਣਕਾਰ ਬੰਦਾ ਹੀ ਇਸ ਗੱਲ ਨੂੰ ਸਮਝਦਾ ਹੈ ਕਿ ਗੁਰੂ ਪੂਰਨ ਬ੍ਰਹਮ ਦਾ ਸਵਰੂਪ ਹੈ। ਪੂਜ ਮੂਲ ਸਤਿਗੁਰ ਚਰਨ, ਕਰ ਗੁਰਦੇਵ ਸੇਵ ਸੁਖ ਹੋਈ। ਸਤਿਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਸਾਰੀਆਂ ਪੂਜਾ ਦਾ ਮੂਲ ਹਨ। ਜਿੰਨੀਆਂ ਵੀ ਪੂਜਾ ਹੁੰਦੀਆਂ ਉਹਨਾਂ ਸਾਰੀਆਂ ਦਾ ਮੁੱਢ ਹਨ ਸਤਿਗੁਰੂ ਦੇ ਚਰਨ। ਭਾਈ ਗੁਰਦਾਸ ਜੀ ਦਾ ਕਹਿਣ ਦਾ ਮਤਲਬ ਇਹ ਹੈ, ਨਾ ਤੈਨੂੰ ਠਾਕੁਰਾਂ ਦੀ ਪੂਜਾ ਕਰਨ ਦੀ ਲੋੜ ਹੈ, ਨਾ ਪੱਥਰਾਂ 'ਤੇ ਦੁੱਧ ਚੜ੍ਹਾਉਣ ਦੀ ਲੋੜ ਹੈ, ਨਾ ਰੁੱਖਾਂ ਨੂੰ ਪੂਜਣ ਦੀ ਲੋੜ ਹੈ, ਨਾ ਗੁੱਗਿਆਂ ਨੂੰ ਪੂਜਣ ਦੀ ਲੋੜ ਹੈ। ਬਸ ਤੂੰ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾ ਲੈ, ਸਾਰੀਆਂ ਹੀ ਪੂਜਾ ਹੋ ਗਈਆਂ। ਪੂਜ ਮੂਲ ਸਤਿਗੁਰ ਚਰਨ, ਸਾਰੀਆਂ ਪੂਜਾ ਦਾ ਮੁੱਢ ਸਤਿਗੁਰੂ ਦੇ ਚਰਨ ਹਨ। ਕਰ ਗੁਰਦੇਵ ਸੇਵ ਸੁਖ ਹੋਈ, ਅਤੇ ਜਿਹੜਾ ਗੁਰੂ ਦੀ ਸੇਵਾ ਕਰਦਾ ਹੈ ਉਹਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਦੀ ਸੇਵਾ ਕਰਕੇ ਵੱਡਾ ਸੁੱਖ ਮਿਲਦਾ ਹੈ। ਇਸ ਲਈ ਮਹਾਰਾਜ ਬਾਣੀ ਦੇ ਵਿੱਚ ਵਾਰ-ਵਾਰ ਸਾਨੂੰ ਇਹ ਉਪਦੇਸ਼ ਦਿੰਦੇ ਹੈ ਗੁਰੂ ਦੀ ਸੇਵਾ ਕਰਨ ਦਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚ ਹੋ ਜਾਏ। ਗੁਰੂ ਦੀ ਸੇਵਾ ਕਰਕੇ ਮਨ ਇਛਤ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਮੰਤਰ ਮੂਲ ਸਤਿਗੁਰ ਬਚਨ, ਇਕ ਮਨ ਹੋਏ ਅਰਾਧੈ ਕੋਈ। ਸਾਰੇ ਮੰਤਰਾਂ ਦਾ ਮੂਲ ਮੁੱਢ ਸਤਿਗੁਰੂ ਜੀ ਦੇ ਪਵਿੱਤਰ ਬਚਨ ਹਨ। ਪਰ ਕੋਈ ਵਿਰਲਾ ਹੀ ਹੈ ਦੁਨੀਆ ਦੇ ਵਿੱਚ ਜਿਹੜਾ ਇੱਕ ਮਨ ਹੋ ਕੇ, ਇਕਾਗਰ ਮਨ ਹੋ ਕੇ ਗੁਰੂ ਦੇ ਬਚਨਾਂ ਦੀ ਅਰਾਧਨਾ ਕਰਦਾ ਹੈ, ਗੁਰੂ ਦੇ ਬਚਨਾਂ ਨੂੰ ਚੇਤੇ ਕਰਦਾ ਹੈ। ਪਾਤਸ਼ਾਹ ਜੀ ਕਹਿੰਦੇ ਤੈਨੂੰ ਥਾਂ ਥਾਂ 'ਤੇ ਜਾ ਕੇ ਮੰਤਰ ਲੈਣ ਦੀ ਲੋੜ ਨਹੀਂ। ਜਿਵੇਂ ਅੱਜ ਕੱਲ੍ਹ ਥਾਂ ਥਾਂ 'ਤੇ ਗੁਰੂ ਬਣ ਕੇ ਬੈਠੇ ਹੈ, ਹਰੇਕ ਨੇ ਆਪੋ ਆਪਣਾ ਮੰਤਰ ਵੱਖੋ ਵੱਖਰਾ ਬਣਾਇਆ ਹੈ। ਕੋਈ ਕਿਸੇ ਨੂੰ ਕੋਈ ਮੰਤਰ ਦਈ ਜਾ ਰਿਹਾ, ਕੋਈ ਕਹਿੰਦਾ ਨਹੀਂ ਤੂੰ ਇਸ ਮੰਤਰ ਦਾ ਜਪ ਕਰ ਫਿਰ ਸਿੱਧੀ ਪ੍ਰਾਪਤ ਹੋਵੇਗੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ, ਗੁਰੂ ਕੇ ਸਿੱਖਾ ਤੂੰ ਗੁਰੂ ਦੇ ਬਚਨਾਂ ਦੀ ਕਮਾਈ ਕਰ, ਗੁਰੂ ਦੇ ਬਚਨਾਂ ਨੂੰ ਚੇਤੇ ਕਰ। ਸਾਰੇ ਮੰਤਰਾਂ ਦਾ ਮੂਲ ਮੁੱਢ ਤਾਂ ਗੁਰੂ ਦੇ ਬਚਨ ਹਨ। ਇੱਕ ਓਅੰਕਾਰ ਤੋਂ ਲੈ ਕੇ 18 10 20 ਤੱਕ ਸਤਿਗੁਰੂ ਦੀ ਪਵਿੱਤਰ ਬਾਣੀ ਇਹ ਗੁਰੂ ਦੇ ਬਚਨ ਹਨ। ਪੜ੍ਹਿਆ ਕਰ, ਵਿਚਾਰਿਆ ਕਰ, ਗੁਰੂ ਬਚਨਾਂ ਦੇ ਅਨੁਸਾਰ ਚੱਲ ਆਪਣੇ ਜੀਵਨ ਵਿੱਚ, ਅਤੇ ਫਿਰ ਵੇਖੀ ਸਤਿਗੁਰੂ ਕਿਵੇਂ ਤੇਰੇ 'ਤੇ ਰਹਿਮਤਾਂ ਬਖਸ਼ਿਸ਼ਾਂ ਕਰਦੇ। ਸੋ ਸਤਿਗੁਰੂ ਜੀ ਦੇ ਬਚਨ ਸਾਰੇ ਹੀ ਮੰਤਰਾਂ ਦਾ ਮੂਲ ਮੁੱਢ ਹਨ। ਕੋਈ ਵਿਰਲਾ ਹੀ ਹੈ ਜਿਹੜਾ ਇਕਾਗਰ ਮਨ ਹੋ ਕੇ ਗੁਰੂ ਦੇ ਬਚਨਾਂ ਨੂੰ ਚੇਤੇ ਕਰਦਾ ਹੈ। ਮੋਖ ਮੂਲ ਕਿਰਪਾ ਗੁਰੂ, ਜੀਵਨ ਮੁਕਤ ਸਾਧ ਸੰਗ ਸੋਈ। ਮੁਕਤੀ ਦਾ ਮੂਲ ਕੀ ਹੈ, ਮੁੱਢ ਕੀ ਹੈ? ਕਿਰਪਾ ਗੁਰੂ, ਗੁਰੂ ਦੀ ਕਿਰਪਾ। ਗੁਰੂ ਦੀ ਇੱਕ ਮਿਹਰ ਦੀ ਨਜ਼ਰ ਹੋ ਗਈ ਤਾਂ ਸੰਸਾਰ ਭੌਜਲ ਵਿੱਚ ਡੁੱਬਦਾ ਹੋਇਆ ਬੰਦਾ ਤਰ ਜਾਂਦਾ ਹੈ।
ਪੁਰਾਣੇ ਸਮਿਆਂ ਦੇ ਵਿੱਚ ਲੋਕਾਂ ਨੇ ਮੁਕਤੀ ਪ੍ਰਾਪਤ ਕਰਨ ਦੇ ਵੱਖ-ਵੱਖ ਸਾਧਨ ਅਪਣਾਏ। ਕੋਈ ਸਾਰਾ ਜ਼ਮੀਨ ਜਾਇਦਾਦ ਜਿੰਨਾ ਭੋਏ ਭਾਂਡਾ ਬ੍ਰਾਹਮਣਾਂ ਨੂੰ ਦਾਨ ਕਰਕੇ ਆਰੇ ਹੇਠ ਆਪਣੇ ਆਪ ਨੂੰ ਚਿਰਵਾ ਲੈਂਦਾ ਸੀ ਮੁਕਤੀ ਦੇ ਲਾਲਚ ਵਿੱਚ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਸ ਤਰ੍ਹਾਂ ਮੁਕਤੀ ਨਹੀਂ ਮਿਲਦੀ। ਮੋਖ ਮੂਲ, ਮੁਕਤੀ ਦਾ ਮੁੱਢ ਕਿਰਪਾ ਗੁਰੂ ਦੀ ਕਿਰਪਾ ਹੈ। ਗੁਰੂ ਦੀ ਕਿਰਪਾ ਹੋ ਗਈ ਤਾਂ ਤੂੰ ਮੁਕਤ ਹੋ ਜਾਏਗਾ। ਪਰ ਜੇ ਗੁਰੂ ਦੀ ਕਿਰਪਾ ਨਹੀਂ, ਫਿਰ ਭਾਵੇਂ ਜਿੰਨਾ ਮਰਜ਼ੀ ਤੂੰ ਸਿਆਣਾ ਹੈ, ਸੂਝਵਾਨ ਹੈ, ਧਨਵਾਨ ਹੈ, ਅਮੀਰ ਹੈ, ਮੁਕਤ ਨਹੀਂ ਹੋ ਸਕਦਾ। ਇਸ ਲਈ ਗੁਰੂ ਕਿਰਪਾ ਦੇ ਪਾਤਰ ਬਣਨਾ ਚਾਹੀਦਾ ਹੈ। ਸਤਿਗੁਰੂ ਦੀ ਕਿਰਪਾ ਲੈਣੀ ਚਾਹੀਦੀ ਹੈ। ਮਹਾਰਾਜ ਕਿਰਪਾ ਕਰੋ, ਬਖਸ਼ਿਸ਼ਾਂ ਕਰੋ। ਜੀਵਨ ਮੁਕਤ ਸਾਧ ਸੰਗ ਸੋਈ, ਜਿਹੜਾ ਸਾਧ ਸੰਗਤ ਵਿੱਚ ਮਿਲਦਾ ਹੈ ਉਹ ਜੀਵਨ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ। ਸਾਧ ਸੰਗਤ ਵਿੱਚ ਮਿਲਣ ਵਾਲਾ ਜੀਵਨ ਮੁਕਤ ਪੁਰਸ਼ ਹੈ ਅਤੇ ਸੋਈ ਉਹ ਸੋਭਾ ਵਾਲਾ ਹੈ। ਆਪ ਗਣਾਏ ਨਾ ਪਾਈਐ, ਆਪ ਗਵਾਏ ਮਿਲੈ ਵਿਰਲੋਈ। ਪਰ ਗੁਰੂ ਦੀ ਕਿਰਪਾ ਆਪਣਾ ਆਪ ਜਣਾਉਣ ਦੇ ਨਾਲ ਕਦੇ ਵੀ ਪ੍ਰਾਪਤ ਨਹੀਂ ਹੁੰਦੀ। ਜਿਹੜੇ ਆਪਣਾ ਆਪ ਜਣਾਉਂਦੇ ਆ, ਮਤਲਬ ਹੰਕਾਰ ਕਰਦੇ ਆ, ਭਾਈ ਗੁਰਦਾਸ ਜੀ ਕਹਿੰਦੇ ਉਹ ਗੁਰੂ ਦੀ ਕਿਰਪਾ ਨੂੰ ਨਹੀਂ ਪ੍ਰਾਪਤ ਕਰ ਸਕਦੇ। ਆਪ ਗਣਾਏ ਨਾ ਪਾਈਐ, ਆਪ ਗਵਾਏ ਮਿਲੈ ਵਿਰਲੋਈ। ਹਾਂ, ਜਿਹੜਾ ਆਪਾਂ ਭਾਵ ਗਵਾ ਦਿੰਦਾ ਹੈ, ਇਹੋ ਜਿਹਾ ਕੋਈ ਵਿਰਲਾ ਹੀ ਹੁੰਦਾ ਜਿਹੜਾ ਗੁਰੂ ਦੀ ਕਿਰਪਾ ਨੂੰ ਪ੍ਰਾਪਤ ਹੋ ਜਾਂਦਾ ਹੈ। ਜਿਹਨੂੰ ਗੁਰੂ ਦੀ ਕਿਰਪਾ ਮਿਲਦੀ ਹੈ, ਕਿਹਨੂੰ? ਜਿਹਨੇ ਆਪਣੇ ਅੰਦਰੋਂ ਹਉਮੈ ਗਵਾ ਦਿੱਤੀ, ਹੰਕਾਰ ਦੂਰ ਕਰ ਦਿੱਤਾ, ਉਹ ਫਿਰ ਗੁਰੂ ਦੀ ਕਿਰਪਾ ਪ੍ਰਾਪਤ ਕਰ ਲੈਂਦਾ ਹੈ। ਆਪ ਗਵਾਏ ਆਪ ਹੈ, ਸਭ ਕੋ ਆਪ, ਆਪੈ ਸਭ ਕੋਈ। ਆਪ ਗਵਾਏ, ਜਿਹੜਾ ਮਨੁੱਖ ਦੇ ਅੰਦਰੋਂ ਆਪਾਂ ਭਾਵ ਨੂੰ ਦੂਰ ਕਰ ਦਵੇ, ਮਨੁੱਖ ਦੇ ਅੰਦਰੋਂ ਹਉਮੈ ਦੂਰ ਕਰ ਦਵੇ, ਆਪ ਹੈ, ਉਹ ਆਪ ਵਾਹਿਗੁਰੂ ਦਾ ਰੂਪ ਹੈ। ਐਸੀ ਬੰਦਗੀ ਵਾਲੀ ਰੂਹ ਨਾਮ ਰਸੀਆ ਗੁਰਮੁਖ ਪਿਆਰਾ, ਜਿਹੜਾ ਦੂਜੇ ਦੇ ਅੰਦਰੋਂ ਹਉਮੈ ਦੂਰ ਕਰ ਦਵੇ, ਆਪ ਹੈ, ਉਹ ਆਪ ਵਾਹਿਗੁਰੂ ਦਾ ਰੂਪ ਹੈ। ਸਭ ਕੋ ਆਪ, ਉਹ ਸਾਰਿਆਂ ਨੂੰ ਆਪਣਾ ਆਪ ਸਮਝਦਾ ਹੈ ਵੀ ਸਾਰੇ ਮੇਰੇ ਆਪਣੇ ਨੇ। ਆਪੇ ਸਭ ਕੋਈ, ਅਤੇ ਸਭ ਕੋਈ ਉਸ ਨੂੰ ਆਪਣਾ ਆਪ ਜਾਣਦਾ ਹੈ ਵੀ ਇਹ ਸਾਡਾ ਆਪਣਾ ਹੈ। ਬੰਦਗੀ ਵਾਲਾ, ਉਹਦੇ ਅੰਦਰ ਤਾਂ ਹਉਮੈ ਹੁੰਦੀ ਨਹੀਂ, ਉਹ ਦੂਜਿਆਂ ਦੇ ਅੰਦਰੋਂ ਵੀ ਹੰਕਾਰ ਦੂਰ ਕਰ ਦਿੰਦਾ ਹੈ। ਅਤੇ ਐਸਾ ਉਹ ਵਾਹਿਗੁਰੂ ਦਾ ਰੂਪ ਹੈ। ਉਹ ਸਾਰਿਆਂ ਨੂੰ ਆਪਣਾ ਸਮਝਦਾ ਹੈ ਅਤੇ ਸਾਰੇ ਉਸ ਨੂੰ ਆਪਣਾ ਜਾਣਦੇ ਹੈ। ਗੁਰ ਚੇਲਾ, ਚੇਲਾ ਗੁਰ ਹੋਈ। ਭਾਈ ਗੁਰਦਾਸ ਸਾਹਿਬ ਜੀ ਕਥਨ ਕਰਦੇ ਹੈ, ਇਸ ਤਰ੍ਹਾਂ ਦੀ ਸਮਝ ਸੂਝ ਪ੍ਰਾਪਤ ਕਰਨ ਤੋਂ ਬਾਅਦ ਜਿਹੜਾ ਗੁਰੂ ਦਾ ਚੇਲਾ ਹੈ, ਚੇਲਾ ਗੁਰ ਹੋਈ, ਉਹ ਚੇਲਾ ਗੁਰੂ ਦਾ ਰੂਪ ਹੋ ਜਾਂਦਾ ਹੈ। ਜਿਵੇਂ ਭਾਈ ਲਹਿਣਾ ਗੁਰੂ ਅੰਗਦ ਦੇਵ ਮਹਾਰਾਜ ਬਣ ਗਏ, ਸੋ ਚੇਲਾ ਗੁਰੂ ਬਣ ਜਾਂਦਾ ਹੈ। ਜਿਹਨੇ ਅੰਦਰੋਂ ਹਉਮੈ ਦੂਰ ਕੀਤੀ ਹੈ। ਆਪ ਗਵਾਈਐ ਤਾਂ ਸਹੁ ਪਾਈਐ, ਔਰ ਕੈਸੀ ਚਤੁਰਾਈ। ਸਹੁ ਨਦਰ ਕਰ ਦੇਖੈ, ਸੋ ਦਿਨ ਲੇਖੈ, ਕਾਮਣ ਨੌ ਨਿਧ ਪਾਈ। ਜਿਨ੍ਹਾਂ ਨੇ ਆਪਾ ਭਾਵ ਗਵਾ ਲਿਆ, ਗੁਰੂ ਦੇ ਚਰਨੀ ਲੱਗ ਕੇ ਸ਼ਹੁ ਦੀ ਪਰਮਾਤਮਾ ਦੀ ਉਹਨਾਂ ਨੂੰ ਪ੍ਰਾਪਤੀ ਹੋਈ ਹੈ। ਸੋ ਅਗਲੀ 7ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਚੌਹਾਂ ਯੁੱਗਾਂ ਦੇ ਜੋ ਵੱਖੋ ਵੱਖਰੇ ਧਰਮ ਕਰਮ ਉਹਨਾਂ ਦਾ ਜ਼ਿਕਰ ਕਰ ਰਹੇ ਹੈ। ਸਤਿਯੁਗ ਪਾਪ ਕਮਾਣਿਆ, ਇਕਸ ਪਿੱਛੇ ਦੇਸ ਦੁਖਾਲਾ। ਸਤਿਯੁਗ ਦੇ ਵਿੱਚ ਜਦੋਂ ਕੋਈ ਪਾਪ ਕਮਾਉਂਦਾ ਸੀ, ਪਾਪ ਕਰਮ ਕਰਦਾ ਸੀ,
ਇੱਕ ਪਾਪ ਕਰਦਾ ਸੀ, ਉਹਦੇ ਪਿੱਛੇ ਸਾਰੇ ਦੇਸ਼ ਨੂੰ ਸਜ਼ਾ ਮਿਲਦੀ ਸੀ। ਭਾਈ ਗੁਰਦਾਸ ਜੀ ਦੇ ਕੋਲ ਸਮੇਂ-ਸਮੇਂ ਗੁਰੂ ਕੇ ਸਿੱਖ ਆਉਂਦੇ ਰਹੇ ਹੈ। ਜਿਵੇਂ ਆਪਾਂ ਪਿੱਛੇ ਵੀ ਇਹ ਸਰਵਣ ਕੀਤੇ ਨੇ ਭਾਈ ਗੁਰਦਾਸ ਜੀ ਦੇ ਬਚਨ, ਚੌਹਾਂ ਯੁੱਗਾਂ ਦੇ ਧਰਮਾਂ ਬਾਰੇ ਪਿੱਛੇ ਵੀ ਵਾਰਾਂ ਵਿੱਚ ਜ਼ਿਕਰ ਆ ਚੁੱਕਾ ਹੈ। ਔਰ ਫਿਰ ਦੁਬਾਰਾ ਜਦੋਂ ਜ਼ਿਕਰ ਆਉਂਦਾ ਹੈ, ਕਿਉਂਕਿ ਭਾਈ ਗੁਰਦਾਸ ਸਾਹਿਬ ਦੇ ਕੋਲ ਸੰਗਤ ਆਉਂਦੀ ਸੀ, ਚਲੀ ਜਾਂਦੀ ਸੀ, ਫਿਰ ਹੋਰ ਇਲਾਕੇ ਤੋਂ ਸੰਗਤ ਆਈ, ਸਵਾਲ ਕੀਤੇ। ਭਾਈ ਗੁਰਦਾਸ ਸਾਹਿਬ ਜੀ ਨੂੰ ਕਹਿੰਦੇ, ਭਾਈ ਗੁਰਦਾਸ ਸਾਹਿਬ ਜੀ ਚੌਹਾਂ ਯੁੱਗਾਂ ਦੇ ਧਰਮਾਂ ਬਾਰੇ ਸਮਝਾਓ, ਕਿਵੇਂ ਲੋਕ ਕੀ ਕਰਦੇ ਸੀ। ਤਾਂ ਭਾਈ ਗੁਰਦਾਸ ਸਾਹਿਬ ਜੀ ਫਿਰ ਸੰਗਤਾਂ ਦੀ ਬੇਨਤੀ 'ਤੇ ਉਹਨਾਂ ਨੂੰ ਉਪਦੇਸ਼ ਦਿੰਦੇ। ਸਤਿਯੁਗ ਪਾਪ ਕਮਾਣਿਆ, ਇਕਸ ਪਿੱਛੇ ਦੇਸ ਦੁਖਾਲਾ। ਸਤਿਯੁਗ ਵਿੱਚ ਪਾਪ ਕਰਨ ਨਾਲ ਇੱਕ ਦੇ ਦੋਸ਼ ਬਦਲੇ ਸਾਰਾ ਦੇਸ਼ ਦੁਖੀ ਹੁੰਦਾ ਸੀ। ਤ੍ਰੇਤੈ ਨਗਰੀ ਪੀੜੀ ਹੈ, ਦੁਆਪਰ ਪਾਪ ਵੰਸ ਕੋ ਦਾਲਾ। ਫਿਰ ਤ੍ਰੇਤੇ ਵਿੱਚ ਜਦੋਂ ਕੋਈ ਪਾਪ ਕਰਦਾ ਸੀ, ਸਾਰੇ ਨਗਰ ਨੂੰ ਸਜ਼ਾ ਮਿਲਦੀ ਸੀ, ਸਾਰਾ ਨਗਰ ਪੀੜਿਆ ਜਾਂਦਾ ਸੀ। ਦੁਆਪਰ ਦੇ ਵਿੱਚ ਜਦੋਂ ਕੋਈ ਪਾਪ ਕਰਦਾ ਸੀ ਤਾਂ ਉਸ ਪਾਪੀ ਦੀ ਜਿਹੜੀ ਵੰਸ਼ ਹੈ, ਉਸ ਨੂੰ ਦਾਲਾ ਦਲਿਆ ਜਾਂਦਾ ਸੀ। ਉਹਦੀ ਇੱਕ ਵੰਸ਼ ਹੀ ਖਤਮ ਹੁੰਦੀ ਸੀ ਉਸ ਪਾਪ ਦੇ ਫਲ ਕਰਕੇ। ਦਾਲਾ ਦੀ ਥਾਂ 'ਤੇ ਪਾਠੰਤਰ ਗਾਲਾ ਵੀ ਆਉਂਦਾ ਹੈ, ਭਾਵ ਉਹਦੀ ਵੰਸ਼ ਗਲ ਜਾਂਦੀ ਸੀ। ਉਹਦੀ ਸਾਰੀ ਵੰਸ਼ ਨੂੰ, ਕੁਲ ਨੂੰ ਨਾਸ਼ ਕਰ ਦਿੱਤਾ ਜਾਂਦਾ ਸੀ। ਕਲਯੁਗ ਬੀਜੈ ਸੋ ਲੁਣੈ, ਵਰਤੈ ਧਰਮ ਨਿਆਉ ਸੁਖਾਲਾ। ਕਲਯੁਗ ਦੇ ਵਿੱਚ ਜੋ ਕੋਈ ਬੀਜ ਬੀਜਦਾ ਹੈ, ਉਹ ਹੀ ਵੱਢਦਾ ਹੈ। ਅਤੇ ਇਸ ਕਲਯੁਗ ਦੇ ਵਿੱਚ ਧਰਮ ਦਾ ਸੌਖਾ ਨਿਆਂ ਵਰਤ ਰਿਹਾ ਹੈ। ਪਹਿਲਾਂ ਯੁੱਗਾਂ ਵਿੱਚ ਇਹ ਹੁੰਦਾ ਸੀ, ਪਾਪ ਕੋਈ ਹੋਰ ਕਰਦਾ ਸੀ ਅਤੇ ਸਜ਼ਾ ਨਾਲ ਦੂਜਿਆਂ ਨੂੰ ਵੀ ਮਿਲਦੀ ਸੀ। ਸਤਿਯੁਗ ਵਿੱਚ ਸਾਰੇ ਦੇਸ਼ ਨੂੰ ਸਜ਼ਾ ਮਿਲਦੀ ਸੀ ਇੱਕ ਦੇ ਪਾਪ ਕੀਤਿਆਂ। ਤ੍ਰੇਤੇ ਦੇ ਵਿੱਚ ਸਾਰੇ ਨਗਰ ਨੂੰ ਸਜ਼ਾ ਮਿਲਦੀ ਸੀ, ਅਤੇ ਦੁਆਪਰ ਵਿੱਚ ਸਾਰੀ ਕੁਲ ਨੂੰ ਸਜ਼ਾ ਮਿਲਦੀ ਸੀ, ਕੁਲ ਨਾਸ਼ ਕਰ ਦਿੱਤੀ ਜਾਂਦੀ ਸੀ। ਪਰ ਕਲਯੁਗ ਦੇ ਵਿੱਚ ਇਸ ਤਰ੍ਹਾਂ ਦਾ ਵਿਧਾਨ ਨਹੀਂ ਹੈ। ਹੁਣ ਜਿਹੜਾ ਕਰੇਗਾ ਉਹੀ ਭਰੇਗਾ। ਬਾਣੀ ਦਾ ਬਚਨ ਹੈ, ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੈ ਥਾਏ। ਮਹਾਰਾਜ ਕਹਿੰਦੇ, ਜਿਹੜਾ ਇਸ ਹੱਥ ਦੇ ਨਾਲ ਪਾਪ ਕਰਮ ਕਰੇਗਾ, ਉਹ ਫਲ ਵੀ ਇਸ ਹੱਥ ਨਾਲ ਹੀ ਭੋਗੇਗਾ। ਭਾਵ ਇਹ ਹੈ ਕਿ ਜਿਹੜਾ ਪਾਪ ਕਰੇਗਾ, ਸਜ਼ਾ ਉਸੇ ਨੂੰ ਮਿਲਣੀ ਹੈ, ਕਿਸੇ ਦੂਜੇ ਨੂੰ ਉਹਦੇ ਥਾਂ 'ਤੇ ਸਜ਼ਾ ਨਹੀਂ ਦਿੱਤੀ ਜਾਂਦੀ। ਸੋ ਇਹ ਕਲਯੁਗ ਦਾ ਧਰਮ ਹੈ। ਇਹ ਨਿਆਂ ਵਾਲਾ, ਸੌਖਾ ਨਿਆਂ ਵਾਲਾ ਧਰਮ ਕਲਯੁਗ ਦੇ ਵਿੱਚ ਵਰਤ ਰਿਹਾ ਹੈ। ਜਿਹੜਾ ਬੀਜ ਬੀਜੇਗਾ ਉਹੀ ਵੱਢੇਗਾ। ਕੋਈ ਚੰਗਾ ਬੀਜ ਲਵੇ ਅਤੇ ਕੋਈ ਮੰਦਾ ਬੀਜ ਲਵੇ। ਫਲੈ ਕਮਾਣੈ ਤਿਹੋ ਜੁਗੀ, ਕਲਯੁਗ ਸਫਲ ਧਰਮ ਤਤਕਾਲਾ। ਪਹਿਲੇ ਤਿੰਨਾਂ ਯੁੱਗਾਂ ਦੇ ਵਿੱਚ ਜਦੋਂ ਕੋਈ ਕਰਮ ਕਰਦਾ ਸੀ, ਉਹ ਚਿਰ ਬਾਅਦ ਉਹਦਾ ਫਲ ਮਿਲਦਾ ਸੀ। ਬੜੇ ਲੰਮੇ ਸਮੇਂ ਬਾਅਦ ਜੋ ਕੋਈ ਕਰਮ ਕਰਦਾ, ਉਹਦੇ ਫਲ ਦੀ ਪ੍ਰਾਪਤੀ ਹੁੰਦੀ ਸੀ। ਪਰ ਹੁਣ ਕਲਯੁਗ ਸਫਲ ਧਰਮ ਤਤਕਾਲਾ। ਭਾਈ ਗੁਰਦਾਸ ਜੀ ਫਰਮਾਉਂਦੇ ਆ ਵੀ ਕਲਯੁਗ ਦੇ ਵਿੱਚ ਧਰਮ ਬਹੁਤ ਛੇਤੀ ਫਲਦਾ ਹੈ। ਛੇਤੀ ਹੀ ਜਿਹੜਾ ਕੋਈ ਕਰਮ ਕਰਦਾ ਹੈ, ਉਹਨੂੰ ਤਤਕਾਲ ਛੇਤੀ ਹੀ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਧਰਮ ਸੁਖਦਾਈ ਫਲ ਉਸ ਨੂੰ ਦਿੰਦਾ ਹੈ। ਪਾਪ ਕਮਾਣੈ ਲੇਪ ਹੈ, ਚਿਤਵੈ ਧਰਮ ਸੁਫਲ ਫਲ ਵਾਲਾ। ਪਾਪ ਕਮਾਣੈ ਲੇਪ ਹੈ। ਕਲਯੁਗ ਦੇ ਵਿੱਚ ਪਾਪ ਕਰਨ ਦੇ ਨਾਲ ਹੀ ਉਸ ਦਾ ਦੋਸ਼ ਲੱਗਦਾ ਹੈ। ਜੇ ਕੋਈ ਪਾਪ ਕਰਦਾ ਹੈ ਤਾਂ ਉਹ ਦੋਸ਼ੀ ਹੈ, ਜੇ ਨਹੀਂ ਕਰਦਾ ਤਾਂ ਨਹੀਂ ਦੋਸ਼ੀ। ਚਿਤਵੈ ਧਰਮ ਸੁਫਲ ਫਲ ਵਾਲਾ। ਪਰ ਧਰਮ ਦੀ ਗੱਲ ਜਦੋਂ ਚਿਤਵਦਾ ਹੈ ਮਨ ਵਿੱਚ, ਤਾਂ ਛੇਤੀ ਹੀ ਧਰਮ ਉਸ ਨੂੰ ਫਲ ਦੇ ਦਿੰਦਾ ਹੈ। ਭਾਵ ਇਹ ਹੈ ਵੀ ਮਨ ਵਿੱਚ ਕਿਸੇ ਦਾ ਭਲਾ ਸੋਚਿਆ,
ਕਿਸੇ ਦਾ ਦੁੱਖ ਦੂਰ ਹੋ ਜਾਏ ਮਨ ਵਿੱਚ ਸੋਚਿਆ। ਇਹ ਸੋਚਿਆ ਮਨ ਵਿੱਚ। ਭਾਈ ਗੁਰਦਾਸ ਜੀ ਕਹਿੰਦੇ ਇਹ ਵੀ ਤੈਨੂੰ ਫਲ ਦੇਵੇਗਾ। ਤੂੰ ਚੰਗਾ ਮਨ ਵਿੱਚ ਸੋਚਦਾ ਹੈ, ਚਿਤਵਦਾ ਹੈ, ਕੋਈ ਦੁਖੀ ਨਾ ਹੋਵੇ, ਸੁਖੀ ਹੋਵੇ, ਚੰਗੀ ਭਾਵਨਾ ਤੇਰੇ ਮਨ ਵਿੱਚ ਕਿਸੇ ਦੇ ਪ੍ਰਤੀ, ਤਾਂ ਇਹਦਾ ਫਲ ਤੈਨੂੰ ਮਿਲੇਗਾ। ਕਹਿੰਦੇ ਕਲਯੁਗ ਦੇ ਵਿੱਚ ਤਾਂ ਹੁਣ ਧਰਮ ਚਿਤਵਨ ਦੇ ਨਾਲ ਹੀ ਉੱਤਮ ਫਲ ਨੂੰ, ਚੰਗੇ ਫਲ ਨੂੰ ਦਿੰਦਾ ਹੈ। ਭਾਏ ਭਗਤ ਗੁਰਪੁਰਬ ਕਰ, ਬੀਜਨ ਬੀਜ ਸੱਚੀ ਧਰਮਸ਼ਾਲਾ। ਇਸ ਲਈ ਗੁਰੂ ਕੇ ਸਿੱਖ ਕੀ ਕਰਦੇ ਹੈ? ਭਾਏ ਭਗਤ, ਪ੍ਰੇਮਾ ਭਗਤੀ ਕਰਕੇ ਗੁਰਪੁਰਬ ਕਰਦੇ ਹੈ, ਗੁਰਪੁਰਬ ਮਨਾਉਂਦੇ ਹੈ। ਬੀਜਨ ਬੀਜ ਸੱਚੀ ਧਰਮਸ਼ਾਲਾ, ਅਤੇ ਸੱਚੀ ਧਰਮਸ਼ਾਲ ਦੇ ਵਿੱਚ ਚੰਗਾ ਬੀਜ ਬੀਜਦੇ ਹੈ। ਗੁਰੂ ਕੇ ਸਿੱਖ ਪ੍ਰੇਮਾ ਭਗਤੀ ਕਰਦੇ ਹੈ। ਸੱਚੀ ਧਰਮਸ਼ਾਲਾ ਜੋ ਹੈ ਸਾਧ ਸੰਗਤ ਰੂਪ ਸੱਚੀ ਧਰਮਸ਼ਾਲਾ, ਗੁਰਪੁਰਬ ਕਰਦੇ ਹੋਏ ਚੰਗੇ ਬੀਜ ਬੀਜਦੇ ਹੈ ਅਤੇ ਉਹਨਾਂ ਦਾ ਫਲ ਵੀ ਚੰਗਾ ਮਿਲਦਾ ਹੈ। ਸੋ ਪ੍ਰੇਮਾ ਭਗਤੀ ਹੈ ਗੁਰਸਿੱਖਾਂ ਦੇ ਜੀਵਨ ਦੇ ਵਿੱਚ। ਸਫਲ ਮਨੋਰਥ ਪੂਰਨ ਘਾਲਾ। ਇਹੋ ਜਿਹੇ ਜਿਹੜੇ ਗੁਰੂ ਕੇ ਸਿੱਖ ਨੇ, ਸਾਧ ਸੰਗਤ ਕਰਦੇ, ਭਾਵਨਾ ਨਾਲ ਗੁਰਪੁਰਬ ਮਨਾਉਂਦੇ ਹੈ, ਉਹਨਾਂ ਦੇ ਸਾਰੇ ਮਨੋਰਥ ਸਫਲ ਹੋ ਜਾਂਦੇ ਹੈ ਅਤੇ ਉਹਨਾਂ ਦੀ ਕੀਤੀ ਹੋਈ ਘਾਲ ਕਮਾਈ ਪੂਰੀ ਹੋ ਜਾਂਦੀ ਹੈ। 8ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਦੱਸਦੇ ਹੈ, ਕਲਯੁਗ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਪ੍ਰਧਾਨਤਾ ਹੈ। ਜਿਹੜਾ ਨਾਮ ਜਪਦਾ ਹੈ ਉਹ ਮੁਕਤ ਹੋ ਜਾਂਦਾ ਹੈ। ਸਤਿਯੁਗ ਸਤ ਤ੍ਰੇਤੈ ਜੁਗਾ, ਦੁਆਪਰ ਪੂਜਾ ਬਾਹਲੀ ਘਾਲਾ। ਭਾਈ ਗੁਰਦਾਸ ਜੀ ਫਰਮਾਉਂਦੇ ਹੈ ਵੀ ਸਤਿਯੁਗ ਦੇ ਵਿੱਚ ਸੱਚ ਬੋਲਣ ਕਰਕੇ ਮੁਕਤੀ ਪ੍ਰਾਪਤ ਹੁੰਦੀ ਸੀ। ਤ੍ਰੇਤੈ ਜੁਗਾ, ਅਤੇ ਤ੍ਰੇਤੇ ਦੇ ਵਿੱਚ ਯੱਗ ਇਤਿਆਦਿਕ ਕਰਮ ਕਰਦੇ ਸੀ ਲੋਕ, ਤਾਂ ਮੁਕਤ ਹੁੰਦੇ ਸੀ। ਦੁਆਪਰ ਪੂਜਾ ਬਾਹਲੀ ਘਾਲਾ, ਅਤੇ ਦੁਆਪਰ ਦੇ ਵਿੱਚ ਪੂਜਾ ਇਤਿਆਦਿਕ ਬਹੁਤ ਸਾਰੇ ਕਰਮ ਕੀਤਿਆਂ ਮੁਕਤੀ ਪ੍ਰਾਪਤ ਹੁੰਦੀ ਸੀ। ਸੋ ਇਹ ਪਾਠ ਤ੍ਰੇਤੈ ਜੁਗਾ ਇਸੇ ਤਰ੍ਹਾਂ ਹੈ, ਔਰ ਦੁਆਪਰ ਪੂਜਾ ਬਾਹਲੀ ਘਾਲਾ। ਇਹ ਪਾਠੰਤਰ ਨੇ ਦੋ। ਬਾਹਲੀ ਬੱਬੇ ਨੂੰ ਕੰਨਾ ਵੀ ਹੈ ਅਤੇ ਕੰਨੇ ਤੋਂ ਰਹਿਤ ਵੀ ਹੈ। ਬਾਹਲੀ ਭਾਵ ਬਹੁਤ ਬਹੁਤ ਪੂਜਾ ਦੇ ਕਰਮ ਜਿਹੜੇ ਹੈ ਉਹ ਲੋਕ ਕਰਦੇ ਸੀ ਦੁਆਪਰ ਦੇ ਵਿੱਚ ਅਤੇ ਮੁਕਤ ਹੁੰਦੇ ਸੀ। ਕਲਯੁਗ ਗੁਰਮੁਖ ਨਾਉ ਲੈ, ਪਾਰ ਪਵੈ ਭਵ ਜਲ ਭਰ ਨਾਲਾ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੁਣ ਕੀ ਹੈ? ਹੁਣ ਹੈ ਪਰਮਾਤਮਾ ਦਾ ਨਾਮ। ਕਲਯੁਗ ਦੇ ਵਿੱਚ ਗੁਰਮੁਖ ਪ੍ਰਭੂ ਦਾ ਨਾਮ ਜਪ ਕੇ ਇਸ ਸੰਸਾਰ ਭੌਜਲ ਤੋਂ ਪਾਰ ਹੋ ਜਾਂਦੇ ਹੈ। ਗੁਰਬਾਣੀ ਦਾ ਬਚਨ ਹੈ, ਜੁਗ ਜੁਗ ਆਪੋ ਆਪਣਾ ਧਰਮ ਹੈ। ਹਰੇਕ ਯੁੱਗ ਦਾ ਆਪੋ ਆਪਣਾ ਧਰਮ ਸੀ। ਸਤਿਯੁਗ ਵਿੱਚ ਲੋਕ ਕੁਝ ਕਰਦੇ ਸੀ, ਦੁਆਪਰ ਵਿੱਚ, ਤ੍ਰੇਤੇ ਵਿੱਚ ਵੱਖੋ ਵੱਖਰੇ ਯੁੱਗਾਂ ਦੇ ਧਰਮ ਹਨ। ਸੋ ਕਲਯੁਗ ਦੇ ਵਿੱਚ ਪ੍ਰਭੂ ਦੇ ਨਾਮ ਦੀ ਪ੍ਰਧਾਨਤਾ ਹੈ। ਕਲਯੁਗ ਦੇ ਵਿੱਚ ਗੁਰਮੁਖ ਨਾਮ ਜਪ ਕੇ ਸੰਸਾਰ ਭੌਜਲ ਤੋਂ ਪਾਰ ਹੋ ਜਾਂਦੇ ਹੈ। ਇਸੇ ਲਈ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਹੈ ਗੁਰਬਾਣੀ ਦੇ ਅੰਦਰ, ਅਬ ਕਲੂ ਆਇਓ ਰੇ, ਇੱਕ ਨਾਮ ਬੋਵਹੁ ਬੋਵਹੁ, ਅਨਰੂਤ ਨਾਹੀ ਨਾਹੀ, ਮਤ ਭਰਮ ਭੂਲਹੁ ਭੂਲਹੁ। ਮਹਾਰਾਜ ਕਹਿੰਦੇ ਕਲਯੁਗ ਆਇਆ ਹੈ, ਹੁਣ ਇਹ ਨਾਮ ਬੀਜਣ ਦੀ ਰੁੱਤ ਹੈ। ਨਾਮ ਦਾ ਬੀਜ ਹਿਰਦੇ ਦੀ ਖੇਤੀ ਵਿੱਚ ਬੀਜੋ। ਹੋਰ ਰੁੱਤਾਂ ਨਹੀਂ, ਹੁਣ ਯੱਗ ਕਰਨ ਦਾ ਵੇਲਾ ਨਹੀਂ, ਹੋਰ ਕੋਈ ਪੂਜਾ ਦੇ ਕਰਮ ਕਰਨ ਦਾ ਵੇਲਾ ਨਹੀਂ ਹੈ, ਤਪ ਕਰਨ ਦਾ ਵੇਲਾ ਨਹੀਂ। ਪ੍ਰਭੂ ਦਾ ਨਾਮ ਜਪ ਕੇ ਮੁਕਤੀ ਮਿਲਦੀ ਹੈ। ਚਾਰ ਚਰਨ ਸਤ ਜੁਗੈ ਵਿੱਚ, ਤ੍ਰੇਤੈ ਚੌਥੈ ਚਰਨ ਉਕਾਲਾ।
ਸਤਿਯੁਗ ਦੇ ਵਿੱਚ ਧਰਮ ਦੇ 4 ਚਰਨ ਸੀ। ਧਰਮ ਰੂਪ ਧੌਲ ਦੇ 4 ਪੈਰ ਸੀ, 4 ਚਰਨ ਸੀ। ਤ੍ਰੇਤੈ ਚੌਥੇ ਚਰਨ ਉਕਾਲਾ, ਅਤੇ ਤ੍ਰੇਤੇ ਦੇ ਵਿੱਚ ਜਦੋਂ ਤ੍ਰੇਤਾ ਆਇਆ ਤੇ ਚੌਥਾ ਚਰਨ ਉਖੜ ਗਿਆ, ਉਕਾਲਾ ਉਖੜ ਗਿਆ। ਧਰਮ ਦੇ 3 ਚਰਨ ਹੀ ਰਹਿ ਗਏ, ਸਤ, ਤਪ, ਦਇਆ, ਦਾਨ। ਇਹ 4 ਚਰਨ ਨੇ। ਭਾਈ ਕਾਨ੍ਹ ਸਿੰਘ ਜੀ ਨਾਭਾ ਮਹਾਨ ਕੋਸ਼ ਦੇ ਵਿੱਚ ਵਿਸ਼ਨੂੰ ਪੁਰਾਣ ਦਾ ਹਵਾਲਾ ਦੇ ਕੇ ਦੱਸਦੇ ਹੈ ਵੀ ਵਿਸ਼ਨੂੰ ਪੁਰਾਣ ਨੇ ਜਿਹੜੇ 4 ਚਰਨ ਮੰਨੇ ਨੇ, ਸਤ, ਯੱਗ, ਪੂਜਾ ਅਤੇ ਨਾਮ ਸਿਮਰਨ, ਇਹ ਮੰਨੇ ਨੇ। ਭਾਵ ਧਰਮ 4 ਪੈਰਾਂ 'ਤੇ ਖੜ੍ਹਾ ਸੀ। ਅਤੇ ਜਦੋਂ ਤ੍ਰੇਤਾ ਆਇਆ ਅਤੇ ਚੌਥਾ ਚਰਨ ਉਖੜ ਗਿਆ, ਸਤ ਚਲਿਆ ਗਿਆ, 3 ਹੀ ਰਹਿ ਗਏ। ਦੁਆਪਰ ਹੋਏ ਪੈਰ ਦੋਏ, ਇਕ ਤੈ ਪੈਰ ਧਰਮ ਦੁਖਾਲਾ। ਜਦ ਦੁਆਪਰ ਆਇਆ ਤਾਂ ਦੁਆਪਰ ਦੇ ਵਿੱਚ ਧਰਮ ਦੇ 2 ਪੈਰ ਹੀ ਹੋ ਗਏ। ਸਤ ਤਾਂ ਗਿਆ ਸੀ, ਤਪ ਵੀ ਗਿਆ। ਸੋ ਦੁਆਪਰ ਵਿੱਚ 2 ਚਰਨ ਰਹਿ ਗਏ, ਇਕ ਤੈ ਪੈਰ ਧਰਮ ਦੁਖਾਲਾ। ਸੋ ਕਲਯੁਗ ਦੇ ਵਿੱਚ ਫਿਰ ਇੱਕੋ ਹੀ ਪੈਰ ਰਹਿ ਗਿਆ, ਜਿਸ ਕਰਕੇ ਧਰਮ ਬਹੁਤ ਦੁਖੀ ਹੋਇਆ। ਸਤ, ਤਪ, ਦਇਆ ਚਲੇ ਗਏ ਅਤੇ ਕਲਯੁਗ ਵਿੱਚ ਇੱਕ ਪੈਰ ਰਹਿ ਗਿਆ, ਦਾਨ। ਲੋਕ ਦਾਨ ਕਰਕੇ ਹੀ ਮੁਕਤੀ ਸਮਝਦੇ ਹੈ। ਮਾਣ ਨਿਮਾਣੈ ਜਾਣ ਕੈ, ਬਿਨਉ ਕਰੈ ਕਰ ਨਦਰ ਨਿਹਾਲਾ। ਧਰਮ ਨੇ ਇਹ ਗੱਲ ਜਾਣ ਕੇ ਕਿ ਪਰਮਾਤਮਾ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਹੈ, ਬੇਨਤੀ ਕੀਤੀ ਪ੍ਰਭੂ ਦੇ ਅੱਗੇ, ਕਰ ਨਦਰ ਨਿਹਾਲਾ। ਹੈ ਪ੍ਰਭੂ ਮਿਹਰ ਦੀ ਨਦਰ ਕਰ, ਮੇਰੇ 'ਤੇ ਕਿਰਪਾ ਕਰ। ਹੁਣ ਇੱਕ ਚਰਨ ਕਰਕੇ ਮੇਰੇ ਤੋਂ ਖੜਿਆ ਨਹੀਂ ਜਾਂਦਾ, ਮੈਨੂੰ ਆਸਰਾ ਕੋਈ ਨਹੀਂ ਹੈ। ਗੁਰ ਪੂਰੈ ਪਰਗਾਸ ਕਰ, ਧੀਰਜ ਧਰਮ ਸੱਚੀ ਧਰਮਸ਼ਾਲਾ। ਜਦੋਂ ਧਰਮ ਰੂਪ ਧੌਲ ਨੇ ਪ੍ਰਭੂ ਦੇ ਚਰਨਾਂ 'ਚ ਅਰਦਾਸ ਕੀਤੀ, ਹੈ ਨਿਰੰਕਾਰ ਮੈਨੂੰ ਆਸਰਾ ਦੇ, ਮੇਰੇ 'ਤੇ ਕਿਰਪਾ ਕਰ, ਤਾਂ ਫਿਰ ਪ੍ਰਭੂ ਨੇ ਬੇਨਤੀ ਨੂੰ ਸੁਣਿਆ। ਧਰਮ ਦੀ ਬੇਨਤੀ ਮੰਨ ਕੇ ਪਰਮਾਤਮਾ ਨੇ ਗੁਰ ਪੂਰੈ ਪ੍ਰਗਾਸ ਕਰ, ਪੂਰੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਗੁਰ ਨਾਨਕ ਜਗ ਮਾਹੇ ਪਠਾਇਆ। ਧੰਨ ਗੁਰੂ ਨਾਨਕ ਦੇਵ ਜੀ ਨੂੰ ਸੰਸਾਰ ਵਿੱਚ ਭੇਜਿਆ। ਧੀਰਜ ਧਰਮ, ਅਤੇ ਗੁਰੂ ਨਾਨਕ ਸਾਹਿਬ ਨੇ ਆ ਕੇ ਧਰਮ ਨੂੰ ਧੀਰਜ ਦਿੱਤਾ, ਹੌਸਲਾ ਦਿੱਤਾ ਕਿ ਚਿੰਤਾ ਨਾ ਕਰ। ਸੱਚੀ ਧਰਮਸ਼ਾਲਾ, ਗੁਰੂ ਨਾਨਕ ਸਾਹਿਬ ਜੀ ਨੇ ਸਾਧ ਸੰਗਤ ਰੂਪ ਸੱਚੀ ਧਰਮਸ਼ਾਲਾ ਕਾਇਮ ਕੀਤੀ ਇੱਥੇ ਆ ਕੇ। ਅਥਵਾ ਮਹਾਰਾਜ ਨੇ ਧੀਰਜ ਅਤੇ ਧਰਮ ਵਾਲੀ ਸੱਚੀ ਧਰਮਸ਼ਾਲਾ ਕਾਇਮ ਕਰ ਦਿੱਤੀ, ਜਿਸ ਕਰਕੇ ਧਰਮ ਨੂੰ ਆਸਰਾ ਮਿਲਿਆ। ਭਾਈ ਮਨੀ ਸਿੰਘ ਜੀ ਲਿਖਦੇ ਹੈ, ਗੁਰਮਤਿ ਅਨੁਸਾਰ ਮਹਾਰਾਜ ਨੇ 4 ਚਰਨ ਧਰਮ ਦੇ ਕਾਇਮ ਕੀਤੇ, ਨਾਮ, ਦਾਨ, ਇਸ਼ਨਾਨ ਅਤੇ ਗਿਆਨ। ਇਹ 4 ਚਰਨ ਸਤਿਗੁਰੂ ਨੇ ਧਰਮ ਦੇ ਕਾਇਮ ਕਰ ਦਿੱਤੇ ਅਤੇ ਧਰਮ ਕਾਇਮ ਹੈ ਇਹਨਾਂ ਚੌਹਾਂ ਦੇ ਆਸਰੇ। ਗੁਰਸਿੱਖ ਨਾਮ ਜਪਦੇ ਹੈ, ਦਾਨ ਕਰਦੇ ਹੈ, ਇਸ਼ਨਾਨ ਕਰਦੇ ਹੈ ਅਤੇ ਗਿਆਨ, ਗੁਰੂ ਸ਼ਬਦ ਦਾ ਗਿਆਨ ਪ੍ਰਾਪਤ ਕਰਦੇ ਹੈ। ਸੋ ਇਹ 4 ਚਰਨ ਧਰਮ ਦੇ ਮਹਾਰਾਜ ਨੇ ਕਾਇਮ ਕਰ ਦਿੱਤੇ ਹੈ, ਜਿਸ ਕਰਕੇ ਧਰਮ ਡੋਲਦਾ ਨਹੀਂ ਹੁਣ। ਆਪੇ ਖੇਤ ਆਪੇ ਰਖਵਾਲਾ, ਪਰਮਾਤਮਾ ਖੇਤ ਰੂਪ ਵੀ ਆਪ ਹੀ ਹੈ ਅਤੇ ਰਖਵਾਲਾ ਵੀ ਆਪ ਹੈ। ਆਪਣੀ ਬੀਜੀ ਖੇਤੀ ਦਾ ਵਾਹਿਗੁਰੂ ਆਪ ਰਾਖਾ ਹੈ। ਭਾਵ ਇਹ ਹੈ ਕਿ ਉਹ ਆਪਣੇ ਭਗਤਾਂ ਦੀ ਆਪ ਰੱਖਿਆ ਕਰਦਾ ਹੈ। ਸਤਿਗੁਰੂ ਨੇ ਐਸੀ ਕਿਰਪਾ ਕੀਤੀ ਹੈ। ਸੋ ਧਰਮ ਨੂੰ ਖੜ੍ਹਾ ਕਰ ਦਿੱਤਾ ਪੈਰਾਂ 'ਤੇ। ਨਾਮ, ਦਾਨ, ਇਸ਼ਨਾਨ, ਗਿਆਨ, ਇਹ 4 ਚਰਨ ਨੇ। ਹੋਰ ਵੀ ਵਿਦਵਾਨਾਂ ਨੇ 4 ਚਰਨਾਂ ਦਾ ਜ਼ਿਕਰ ਕੀਤਾ ਹੈ। ਸਤ, ਸੰਤੋਖ, ਵਿਚਾਰ ਅਤੇ ਨਾਮ। ਇਹ ਭਾਵ ਇਹ ਹੈ ਵੀ ਗੁਣਾਂ ਦੇ ਸਹਿਤ ਸੰਪੂਰਨ ਕਰ ਦਿੱਤਾ। ਜਿਨ੍ਹਾਂ ਦੇ ਵਿੱਚ ਦੈਵੀ ਗੁਣ ਹਨ, ਧਰਮ ਉੱਥੇ ਕਾਇਮ ਹੈ ਸਦਾ ਲਈ।
9ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਉਪਦੇਸ਼ ਬਖਸ਼ਦੇ ਹੈ, ਜਿਹੜੇ ਨਿਮਰਤਾ ਧਾਰਨ ਕਰਦੇ ਹੈ ਨਾ, ਉਹ ਸੰਸਾਰ ਤੋਂ ਜਿੱਤ ਕੇ ਜਾਂਦੇ ਹੈ। ਜਿਨ੍ਹਾਂ ਭਾਉ ਤਿਨ ਨਾਹੇ ਭਾਉ, ਮੁਝ ਭਾਉ ਅੱਗੇ ਨਿਭਵਿਆਹ। ਜਿਨ੍ਹਾਂ ਭਾਉ ਤਿਨ ਨਾਹੇ ਭਾਉ, ਜਿਨ੍ਹਾਂ ਦੇ ਅੰਦਰ ਪ੍ਰਭੂ ਦਾ ਭੈ ਹੈ, ਜਿਹੜੇ ਨਿਮਰਤਾ ਧਾਰਨ ਕਰਕੇ ਚੱਲਦੇ ਹੈ, ਤਿਨ ਨਾਹੇ ਭਾਉ, ਫਿਰ ਉਹਨਾਂ ਨੂੰ ਲੋਕ ਪਰਲੋਕ ਵਿੱਚ ਕਿਸੇ ਦਾ ਭੈ ਡਰ ਨਹੀਂ ਰਹਿੰਦਾ। ਮੁਝ ਭਾਉ ਅੱਗੇ, ਮੁਝ ਦਾ ਅਰਥ ਹੁੰਦਾ ਬਹੁਤਾ, ਉਹਨਾਂ ਨੂੰ ਫਿਰ ਅੱਗੇ ਬਹੁਤ ਭੈ ਡਰ ਹੁੰਦਾ ਹੈ। ਕਿਹਨਾਂ ਨੂੰ? ਨਿਭਵਿਆਹ, ਜਿਹੜੇ ਪ੍ਰਭੂ ਦੇ ਡਰ ਨੂੰ ਮਨ ਵਿੱਚ ਨਹੀਂ ਧਾਰਦੇ, ਰੱਬ ਦੇ ਡਰ ਵੱਲੋਂ ਜਿਹੜੇ ਨਿਡਰ ਹੋ ਗਏ, ਅਸੀਂ ਨਹੀਂ ਡਰਦੇ ਰੱਬ ਤੋਂ। ਪਰ ਜਦੋਂ ਮਾਰ ਪੈਂਦੀ ਹੈ ਤਾਂ ਫਿਰ ਉਹ ਜੀਵਨ ਵਿੱਚ ਰੋਂਦੇ ਨੇ, ਕੁਰਲਾਉਂਦੇ ਹੈ। ਸੋ ਜਿਹੜੇ ਰੱਬ ਦੇ ਡਰ ਵੱਲੋਂ ਰਹਿਤ ਹੋ ਗਏ, ਜਿਹੜੇ ਰੱਬ ਦਾ ਡਰ ਨਹੀਂ ਮੰਨਦੇ, ਫਿਰ ਉਹਨਾਂ ਨੂੰ ਅੱਗੇ ਬਹੁਤਾ ਭੈ ਹੁੰਦਾ ਹੈ ਜਮਾ ਇਤਿਆਦਿਕਾਂ ਦਾ। ਅੱਗ ਤਤੀ ਜਲ ਸੀਅਲਾ, ਨਿਵ ਚੱਲੈ ਸਿਰ ਕਰੈ ਉਤਾਹਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜੀ ਅੱਗ ਹੈ ਨਾ, ਉਹ ਤੱਤੀ ਹੈ। ਸਿਰ ਕਰੈ ਉਤਾਹਾ, ਉਹ ਸਿਰ ਉਤਾਂਹ ਕਰਕੇ ਸਿਰ ਚੁੱਕ ਕੇ ਤੁਰਦੀ ਹੈ। ਅੱਗ ਦੀਆਂ ਲਾਟਾਂ ਉੱਪਰ ਨੂੰ ਜਾਂਦੀਆਂ। ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹੈ, ਕਹਿੰਦੇ ਜਿਹੜਾ ਹੰਕਾਰੀ ਬੰਦਾ ਨਾ, ਉਹ ਅੱਗ ਵਰਗਾ ਤਪਿਆ ਹੋਇਆ ਹੈ। ਜਲ ਸੀਅਲਾ, ਅਤੇ ਪਾਣੀ ਠੰਡਾ ਹੈ। ਕਿਉਂ? ਨਿਵ ਚੱਲੈ, ਇਹ ਨੀਵੇਂ ਵਾਲੇ ਪਾਸੇ ਚੱਲਦਾ ਹੈ। ਭਾਵ ਅਰਥ ਇਹ ਹੈ ਵੀ ਜਿਹੜੇ ਨਿਮਰਤਾ ਧਾਰਨ ਕਰਦੇ ਹੈ, ਠੰਡੇ ਸੁਭਾਅ ਦੇ ਮਾਲਕ ਨੇ, ਉਹਨਾਂ ਦਾ ਮਨ ਠੰਡਾ ਹੈ, ਸ਼ੀਤਲ ਹੈ, ਸ਼ਾਂਤ ਹੈ। ਅਤੇ ਜਿਹੜੇ ਹੰਕਾਰੀ ਨੇ, ਉਹ ਅੱਗ ਵਰਗੇ, ਉਹ ਹੰਕਾਰ ਨਾਲ, ਈਰਖਾ ਦੀ ਅੱਗ ਦੇ ਨਾਲ ਅੰਦਰੋਂ ਪੂਰੇ ਤਪੇ ਰਹਿੰਦੇ ਹੈ। ਪਰ ਡੁੱਬੈ ਖਾਲੀ ਤਰੈ, ਵੱਜ ਨ ਵੱਜੈ ਘੜੈ ਜਿਵਾਹਾ। ਹੋਰ ਦ੍ਰਿਸ਼ਟਾਂਤ ਦਿੰਦੇ ਭਾਈ ਗੁਰਦਾਸ ਜੀ, ਕਹਿੰਦੇ ਜਿਵੇਂ ਘੜਾ ਹੁੰਦਾ ਨਾ, ਭਰ ਡੁੱਬੈ, ਅਤੇ ਜਿਹੜਾ ਘੜਾ ਪਾਣੀ ਨਾਲ ਪੂਰਾ ਭਰਿਆ ਜਾਂ ਕਿਸੇ ਹੋਰ ਵਸਤੂ ਨਾਲ ਭਰਿਆ, ਪਾਣੀ 'ਚ ਰੱਖੋ, ਦਰਿਆ 'ਚ, ਸਮੁੰਦਰ 'ਚ, ਉਹ ਪਾਣੀ ਨਾਲ ਭਰਿਆ ਹੋਇਆ ਘੜਾ ਡੁੱਬ ਜਾਂਦਾ ਹੈ। ਇਸੇ ਨਾਲ ਜਿਹੜੇ ਲੋਕ ਹੰਕਾਰ ਦੇ ਨਾਲ ਭਰੇ ਹੋਏ ਨੇ, ਉਹ ਡੁੱਬ ਜਾਂਦੇ ਹੈ। ਖਾਲੀ ਤਰ੍ਹਾਂ ਦੇ ਜਿਹੜੇ ਹੰਕਾਰ ਤੋਂ ਖਾਲੀ ਹਨ, ਉਹ ਤਰ ਜਾਂਦੇ। ਖਾਲੀ ਘੜਾ ਪਾਣੀ ਦੇ ਉੱਤੇ ਤਰਦਾ ਹੈ। ਕਹਿੰਦੇ ਜਿਹੜੇ ਹੰਕਾਰ ਤੋਂ ਖਾਲੀ ਹਨ, ਉਹ ਤਰਦੇ ਹੈ, ਸੰਸਾਰ ਭੌਜਲ ਤੋਂ ਤਰ ਜਾਂਦੇ ਹੈ। ਵੱਜ ਨਾ ਵੱਜੈ ਘੜੈ ਜਿਵਾਹਾ, ਅਤੇ ਭਰਿਆ ਹੋਇਆ ਜਿਹੜਾ ਘੜਾ ਹੈ ਨਾ, ਉਹਦੇ 'ਚੋਂ ਰਾਗ ਪੈਦਾ ਨਹੀਂ ਹੁੰਦਾ, ਉਹ ਵੱਜਦਾ ਨਹੀਂ ਹੈ, ਰਾਗ ਦੀਆਂ ਧੁਨਾਂ ਨਹੀਂ ਪੈਦਾ ਹੁੰਦੀਆਂ। ਅਤੇ ਜਿਹੜਾ ਖਾਲੀ ਹੈ, ਉਹ ਵੱਜਦਾ ਹੈ, ਜੋੜੀ ਦੀ ਥਾਂ 'ਤੇ, ਤਬਲੇ ਦੀ ਥਾਂ 'ਤੇ। ਪਹਿਲਾਂ ਬੀਬੀਆਂ ਘੜੇ ਨੂੰ ਵਜਾ ਕੇ ਹੀ ਗਾਉਂਦੀਆਂ ਹੁੰਦੀਆਂ ਸੀ। ਵਿਆਹ ਸ਼ਾਦੀ ਹੋਣਾ ਨਾ, ਜਦੋਂ ਗਾਉਣ ਬਹਿਣਾ, ਬੜੇ ਹੱਥਾਂ 'ਚ ਉਹਨਾਂ ਦੇ ਕਮਾਲ ਸੀ। ਭਰਿਆ ਹੋਇਆ ਘੜਾ ਨਹੀਂ ਵੱਜਦਾ, ਖਾਲੀ ਦੇ ਵਿੱਚੋਂ ਜਿਹੜੀਆਂ ਨੇ ਧੁਨਾਂ ਪੈਦਾ ਹੁੰਦੀਆਂ ਨੇ। ਜਿਹੜੇ ਹੰਕਾਰ ਦੇ ਨਾਲ ਭਰੇ ਹੋਏ ਨੇ, ਉਹਨਾਂ ਦੇ ਅੰਦਰ ਕਦੇ ਪ੍ਰਭੂ ਦਾ ਗੀਤ ਪੈਦਾ ਨਹੀਂ ਹੁੰਦਾ। ਰੱਬੀ ਸੰਗੀਤ ਹੰਕਾਰੀਆਂ ਭਰਿਆਂ ਦੇ ਅੰਦਰ ਥੋੜ੍ਹੀ ਪੈਦਾ ਹੁੰਦਾ। ਜਿਹੜੇ ਹੰਕਾਰ ਤੋਂ ਖਾਲੀ ਨੇ, ਨਿਮਰਤਾ ਵਾਲੇ ਨੇ, ਸਿਮਰਨ ਦੀਆਂ ਰੌਆਂ ਉਹਨਾਂ ਦੇ ਅੰਦਰ ਹੀ ਚੱਲਦੀਆਂ ਨੇ, ਬੰਦਗੀ ਕਰਦੇ ਹੈ। ਅੰਬ ਸੁਫਲ ਫਲ ਝੁਕ ਲਹੈ, ਦੁਖ ਫਲ ਅਰੰਡ ਨ ਨਿਵੈ ਤਲਾਹਾ। ਅੰਬ ਦਾ ਬੂਟਾ ਜਿਹੜਾ ਉਹ ਝੁਕਦਾ ਹੈ, ਅੰਬ ਦਾ ਰੁੱਖ, ਉਹਦੀਆਂ ਟਾਹਣੀਆਂ ਝੁਕਦੀਆਂ ਨੇ, ਫਲ ਲੱਗਦੇ ਹੈ, ਮਿੱਠੇ ਫਲ ਲੱਗਦੇ ਨੇ ਉਸ ਨੂੰ। ਸੁਫਲ ਉਹ ਸਹਿਤ ਫਲ ਦੇ ਫਲਦਾ ਹੈ। ਦੁਖ ਫਲ ਅਰੰਡ ਨਾ ਨਿਵੈ ਤਲਾਹਾ, ਅਤੇ ਜਿਹੜਾ ਇਰੰਡ ਦਾ ਰੁੱਖ ਹੈ, ਬੂਟਾ ਹੈ, ਉਹ ਨਿਉਂਦਾ ਨਹੀਂ, ਝੁਕਦਾ ਨਹੀਂ।
ਤੇ ਉਸ ਨੂੰ ਫਲ ਵੀ ਦੁਖਦਾਈ ਹੀ ਲੱਗਦੇ ਹੈ। ਭਾਵ ਜਿਹੜਾ ਨਹੀਂ ਝੁਕਦਾ ਉਹ ਦੁਖੀ ਹੁੰਦਾ ਹੈ, ਤੇ ਜਿਹੜਾ ਅੰਬ ਦੇ ਦਰਖਤ ਵਾਂਗ ਝੁਕ ਜਾਂਦਾ ਹੈ, ਟਾਹਣੀਆਂ ਫਲਾਂ ਨਾਲ ਲੱਦੀਆਂ ਜਾਂਦੀਆਂ ਨੇ, ਉਹਦੇ ਅੰਦਰ ਮਿਠਾਸ ਪੈਦਾ ਹੁੰਦੀ ਉਸ ਮਨੁੱਖ ਦੇ ਅੰਦਰ। ਮਨ ਪੰਖੇਰੂ ਧਾਮ ਦਾ ਸੰਗ ਸੁਭਾਏ ਜਾਏ ਫਲ ਕਾ ਖਾਹਾ। ਇਹ ਜਿਹੜਾ ਮਨ ਹੈ ਪੰਖੇਰੂ ਧਾਮ ਦਾ, ਮਨ ਕੀ ਹੈ? ਪੰਛੀ ਹੈ। ਜਿਵੇਂ ਪੰਛੀ ਉੱਡਦਾ ਆਕਾਸ਼ ਵਿੱਚ, ਇਸੇ ਤਰ੍ਹਾਂ ਇਹ ਮਨ ਦੌੜਦਾ ਭੱਜਦਾ ਰਹਿੰਦਾ ਹੈ। ਸੰਗ ਸੁਭਾਏ ਜਾਏ ਫਲ ਖਾਹਾ, ਤੇ ਜਿੱਦਾਂ ਦੀ ਸੰਗਤ ਕਰਦਾ ਹੈ, ਸੰਗਤ ਦੇ ਸੁਭਾਅ ਅਨੁਸਾਰ ਜਾ ਕੇ ਇਹ ਉਹੋ ਜਿਹਾ ਫਲ ਖਾਂਦਾ ਹੈ। ਬਾਬਾ ਕਬੀਰ ਸਾਹਿਬ ਦਾ ਬਚਨ ਹੈ ਸਲੋਕਾਂ ਦੇ ਵਿੱਚ, ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਮਨ ਤਾਂ ਪੰਛੀ ਬਣ ਗਿਆ ਹੈ, 10 ਦਿਸ਼ਾਵਾਂ ਵਾਲੇ ਪਾਸੇ ਉੱਡ ਉੱਡ ਕੇ ਜਾਂਦਾ ਹੈ, ਤੇ ਜਿਹੋ ਜਿਹੀ ਸੰਗਤ ਇਸ ਮਨ ਪੰਛੀ ਨੂੰ ਮਿਲ ਜਾਂਦੀ ਉਹੋ ਜਿਹਾ ਫਲ ਖਾ ਲੈਂਦਾ। ਚੰਗੇ ਬੰਦਿਆਂ ਦੀ ਸੰਗਤ ਫਲ ਵੀ ਚੰਗਾ ਮਿਲੇਗਾ, ਤੇ ਜੇ ਨਸ਼ਈਆਂ ਦੀ, ਵਿਕਾਰੀਆਂ ਦੀ, ਜੁਆਰੀਆਂ ਦੀ ਸੰਗਤ ਵਿੱਚ ਪੈ ਗਿਆ ਤੇ ਉਹਨਾਂ ਦਾ ਫਲ ਵੀ ਦੁੱਖ ਹੀ ਹੈ, ਦੁੱਖ ਭੋਗਦਾ ਹੈ। ਧਰ ਤਾਰਾਜੂ ਤੋਲੀਐ, ਹੌਲਾ ਭਾਰਾ ਤੋਲ ਤੁਲਾਹਾ। ਜਦੋਂ ਤਰਾਜੂ ਦੇ ਵਿੱਚ, ਤੱਕੜੀ ਵਿੱਚ ਕੋਈ ਵਸਤੂ ਰੱਖ ਕੇ ਤੋਲੀ ਦੀ ਹੈ, ਹੌਲਾ ਭਾਰਾ ਤੋਲ ਤੁਲਾਹਾ, ਹੌਲੀ ਭਾਰੀ ਵਸਤੂ ਦਾ ਤੋਲ ਤੋਲਿਆ ਜਾਂਦਾ ਹੈ, ਤਾਂ ਜਿਹੜਾ ਭਾਰਾ ਹੁੰਦਾ ਹੈ ਉਹ ਝੁਕ ਜਾਂਦਾ ਹੈ, ਧਰਤੀ ਵਾਲੇ ਪਾਸੇ ਨੀਵਾਂ ਹੋ ਜਾਂਦਾ ਹੈ, ਹੌਲਾ ਤਾਂ ਉੱਚਾ ਹੋ ਜਾਂਦਾ ਹੈ। ਬਾਣੀ ਦਾ ਬਚਨ ਹੈ, ਨਿਵੈ ਸੋ ਗੌਰਾ ਹੋਏ। ਜਿਹੜਾ ਨਿਉ ਜਾਂਦਾ, ਝੁਕ ਜਾਂਦਾ, ਉਹ ਭਾਰੀ ਹੈ, ਤੇ ਖਾਲੀ ਉਹ ਤਾਂ ਹਵਾ ਵਿੱਚ ਉੱਡ ਜਾਂਦੇ ਹੈ ਲਿਫਾਫਿਆਂ ਵਾਂਗ। ਸੋ ਜਿਹੜੇ ਝੁਕਦੇ ਨੇ ਉਹ ਭਾਰੇ ਨੇ, ਗੁਣਾਂ ਵਾਲੇ ਨੇ, ਤੇ ਉਹੀ ਪ੍ਰਭੂ ਦੇ ਦਰ 'ਤੇ ਪ੍ਰਵਾਨ ਹੁੰਦੇ ਹੈ। ਜਿਣ ਹਾਰੈ ਹਾਰੈ ਜਿਣੈ, ਪੈਰਾਂ ਉੱਤੇ ਸੀਸ ਧਰਾਹਾ। ਜਿਣ ਹਾਰੈ, ਜਿੱਤਿਆ ਹਾਰ ਜਾਂਦਾ ਹੈ, ਤੇ ਹਾਰਿਆ ਜਿੱਤ ਜਾਂਦਾ ਹੈ। ਜਿਹੜਾ ਕਹਿੰਦਾ ਮੈਂ ਸੰਸਾਰ ਨੂੰ ਜਿੱਤ ਲਿਆ, ਉਹ ਰੱਬ ਵਾਲੇ ਪਾਸੇ ਹਾਰ ਜਾਂਦਾ ਹੈ, ਤੇ ਜਿਹੜਾ ਸੰਸਾਰ ਵਾਲੇ ਪਾਸਿਓਂ ਹਾਰਿਆ ਹੈ ਜਿਣੈ, ਉਹ ਰੱਬ ਵਾਲੇ ਪਾਸੇ ਜਿੱਤ ਜਾਂਦਾ, ਭਾਵ ਜੀਵਨ ਦੀ ਬਾਜੀ ਜਿੱਤ ਕੇ ਜਾਂਦਾ ਹੈ। ਪੈਰਾਂ ਉੱਤੇ ਸੀਸ ਧਰਾਹਾ, ਤੇ ਪੈਰਾਂ ਦੇ ਉੱਤੇ ਹੀ ਸੀਸ ਰੱਖਿਆ ਜਾਂਦਾ ਹੈ। ਸੀਸ ਝੁਕਦਾ ਹੈ ਚਰਨਾਂ ਦੇ ਉੱਤੇ, ਨਿਮਰਤਾ ਵਾਲੇ ਝੁਕਦੇ ਹੈ। ਪੈਰੀ ਪੈ ਜਗ ਪੈਰੀ ਪਾਹਾ। ਗੁਰੂ ਕਾ ਸਿੱਖ ਗੁਰੂ ਦੇ ਪੈਰੀਂ ਪੈ ਕੇ, ਭਾਵ ਗੁਰੂ ਦੇ ਚਰਨੀ ਪੈ ਕੇ, ਤੇ ਸਾਰੇ ਸੰਸਾਰ ਨੂੰ ਗੁਰੂ ਦੇ ਚਰਨੀ ਪਾ ਲੈਂਦਾ ਹੈ। ਅਥਵਾ ਜਿਹੜਾ ਗੁਰਾਂ ਦੇ ਪੈਰੀਂ ਪਿਆ ਹੈ, ਉਹਦੇ ਪੈਰਾਂ ਦੇ ਉੱਤੇ ਸਾਰਾ ਜਗਤ ਪਿਆ, ਸਾਰੇ ਲੋਕ ਉਹਦੇ ਚਰਨਾਂ 'ਤੇ ਝੁਕਦੇ ਹੈ। 10ਵੀਂ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੱਸਦੇ ਹੈ ਵੀ ਜਿੱਦਾਂ ਦੀ ਕਿਸੇ ਦੀ ਭਾਵਨਾ ਹੁੰਦੀ ਹੈ, ਉੱਦਾਂ ਦਾ ਉਹ ਫਲ ਪ੍ਰਾਪਤ ਕਰ ਲੈਂਦਾ ਹੈ। ਸੱਚ ਹੁਕਮ ਸੱਚ ਲੇਖ ਹੈ, ਸੱਚ ਕਾਰਨ ਕਰ ਖੇਲ ਰਚਾਇਆ। ਅਕਾਲ ਪੁਰਖ ਪਰਮਾਤਮਾ ਦਾ ਹੁਕਮ ਸੱਚਾ ਹੈ, ਸੱਚ ਲੇਖ ਹੈ, ਤੇ ਉਸ ਦਾ ਲਿਖਿਆ ਲੇਖ ਸੱਚਾ ਹੈ। ਜੋ ਉਹਨੇ ਲੇਖ ਲਿਖ ਦਿੱਤਾ ਮਸਤਕ 'ਤੇ, ਉਹਨੂੰ ਕੋਈ ਮੇਟ ਨਹੀਂ ਸਕਦਾ। ਸੱਚ ਕਾਰਨ ਕਰ ਖੇਲ ਰਚਾਇਆ, ਤੇ ਸੱਚਾ ਕਾਰਨ ਕਰਕੇ ਇਸ ਸਾਰੇ ਬ੍ਰਹਿਮੰਡ ਦੀ ਖੇਡ ਨੂੰ ਪਰਮਾਤਮਾ ਨੇ ਰਚਿਆ ਹੈ। ਉਹਨੇ ਸੱਚੇ ਨੇ ਇਹ ਸਾਰਾ ਕੁਝ ਬਣਾਇਆ ਹੈ। ਕਾਰਨ ਕਰਤੇ ਵਸ ਹੈ, ਵਿਰਲੇ ਦਾ ਉਹ ਕਰੈ ਕਰਾਇਆ। ਸਾਰੇ ਕਾਰਨ ਕਰਤੇ ਪੁਰਖ ਪਰਮਾਤਮਾ ਦੇ ਅਧੀਨ ਹਨ, ਵਸ ਵਿੱਚ ਹਨ। ਵਿਰਲੇ ਦਾ ਉਹ ਕਰੈ ਕਰਾਇਆ, ਕਿਸੇ ਵਿਰਲੇ ਭਗਤ ਦਾ ਨਾਮ ਰਸੀਏ ਦਾ ਕਿਹਾ ਹੋਇਆ ਵੀ ਕਰ ਲੈਂਦਾ ਹੈ। ਕਾਰਨ ਸਾਰੇ ਉਹਦੇ ਵਸ ਨੇ, ਉਹ ਆਪਣੀ ਮਰਜ਼ੀ ਨਾਲ ਕਰਦਾ ਹੈ, ਪਰ ਵਿਰਲੇ ਦਾ ਉਹ ਕਰੈ ਕਰਾਇਆ, ਕਿਸੇ ਵਿਰਲੇ ਦਾ ਕਿਹਾ ਹੋਇਆ ਉਹ ਕਰਦਾ ਹੈ। ਭਗਤਾਂ ਦੀ ਬੇਨਤੀ ਨੂੰ ਕਬੂਲ ਕਰਦਾ ਹੈ, ਉਹਨਾਂ ਦੀ ਅਰਦਾਸ ਨੂੰ ਪ੍ਰਵਾਨ ਕਰਦਾ ਹੈ। ਵਿਰਲੇ ਨੇ
ਬੰਦਗੀ ਵਾਲੇ ਜਦੋਂ ਰੱਬ ਦੇ ਚਰਨਾਂ 'ਚ ਬੇਨਤੀ ਕਰ ਦਿੰਦੇ ਤਾਂ ਪਰਮਾਤਮਾ ਉਹ ਕਰ ਦਿੰਦਾ ਹੈ। ਸੋ ਕਿਹੋ ਹੋਰ ਨਾ ਮੰਗਈ, ਖਸਮੈ ਦਾ ਭਾਣਾ ਤਿਸ ਭਾਇਆ। ਤੇ ਉਹ ਜਿਹੜੇ ਭਗਤ ਨੇ ਏਡੇ ਵੱਡੇ ਦਰਜੇ ਵਾਲੇ ਵੀ ਰੱਬ ਵੀ ਉਹਨਾਂ ਦੀ ਕਹੀ ਗੱਲ ਨੂੰ ਕਰਦਾ ਹੈ, ਮੰਨਦਾ ਹੈ। ਸੋ ਕਿਹੋ ਹੋਰ ਨਾ ਮੰਗਈ, ਉਹ ਪਰਮਾਤਮਾ ਤੋਂ ਕੁਝ ਹੋਰ ਮੰਗਦੇ ਹੀ ਨਹੀਂ ਹਨ। ਕਿਉਂ? ਖਸਮੈ ਦਾ ਭਾਣਾ ਤਿਸ ਪਾਇਆ। ਉਸ ਬੰਦਗੀ ਵਾਲੇ ਨੂੰ, ਭਗਤ ਨੂੰ ਪ੍ਰਭੂ ਦਾ ਭਾਣਾ ਹੀ ਚੰਗਾ ਲੱਗਦਾ ਹੈ। ਖਸਮੈ ਏ ਵੈ ਭਾਵੰਦਾ, ਭਗਤ ਵਸ਼ਲ ਹੋਏ ਬਿਰਦ ਸਦਾਇਆ। ਖਸਮ ਨੂੰ, ਪਰਮਾਤਮਾ ਨੂੰ ਵੀ ਇਹੋ ਹੀ ਚੰਗਾ ਲੱਗਦਾ ਹੈ। ਕੀ ਚੰਗਾ ਲੱਗਦਾ? ਵੀ ਉਹ ਆਪਣੇ ਨਾਮ ਦੀ ਪੈਜ ਰੱਖੇ, ਵੀ ਇਹ ਮੇਰਾ ਨਾਮ ਜਪਦਾ, ਮੈਂ ਇਹਦੀ ਇੱਜ਼ਤ ਰੱਖਣੀ, ਪਤ ਰੱਖਣੀ ਹੈ। ਜਿਵੇਂ ਭਗਤ ਧਰੂ ਦੀ, ਭਗਤ ਪ੍ਰਹਿਲਾਦ ਦੀ ਇੱਜ਼ਤ ਪਤ ਪਰਮਾਤਮਾ ਨੇ ਰੱਖੀ। ਸੋ ਪ੍ਰਭੂ ਜਿਹੜਾ ਨਾ ਉਹ ਭਗਤ ਵਸ਼ਲ ਸਦਾਉਂਦਾ ਹੈ ਅਤੇ ਆਪਣੇ ਨਾਮ ਦੀ ਪੈਜ ਰੱਖਣੀ ਉਸ ਨੂੰ ਚੰਗੀ ਲੱਗਦੀ ਹੈ। ਸਾਧ ਸੰਗਤ ਗੁਰ ਸ਼ਬਦ ਲਿਵ, ਕਾਰਣ ਕਰਤਾ ਕਰਦਾ ਆਇਆ। ਭਗਤ ਜਨ ਕੀ ਕਰਦੇ ਹੈ? ਸਾਧ ਸੰਗਤ ਦੇ ਵਿੱਚ ਮਿਲ ਕੇ ਗੁਰੂ ਦੇ ਸ਼ਬਦ ਵਿੱਚ ਲਿਵ ਲਾਉਂਦੇ ਹੈ। ਕਾਰਣ ਕਰਤਾ ਕਰਦਾ ਆਇਆ, ਅਤੇ ਸ਼ਬਦ ਵਿੱਚ ਲਿਵ ਲਾ ਕੇ ਉਹਨਾਂ ਨੂੰ ਇਸ ਗੱਲ ਦੀ ਸੋਝੀ ਮਿਲਦੀ ਹੈ ਕਿ ਪ੍ਰਭੂ ਸਭ ਕੁਝ ਆਪ ਕਰਦਾ ਹੈ ਅਤੇ ਉਹ ਆਪ ਹੀ ਲੰਮੇ ਸਮੇਂ ਤੋਂ ਸਾਰਾ ਕੁਝ ਕਰਦਾ ਆਇਆ ਹੈ। ਬਾਲ ਸੁਭਾਏ ਅਤੀਤ ਜਗ, ਵਰ ਸਰਾਪ ਦਾ ਭਰਮ ਚੁਕਾਇਆ। ਪਰਮੇਸ਼ਰ ਦੇ ਪਿਆਰੇ ਭਗਤ, ਉਹਨਾਂ ਦਾ ਸੁਭਾਅ ਬਾਲ ਸੁਭਾਏ, ਬਾਲ ਸੁਭਾਅ ਹੁੰਦਾ। ਜਿਵੇਂ ਬੱਚਿਆਂ ਦਾ, ਬਾਲਕਾਂ ਦਾ ਸੁਭਾਅ ਹੁੰਦਾ, ਇਸ ਤਰ੍ਹਾਂ ਪਰਮੇਸ਼ਰ ਦੇ ਪਿਆਰਿਆਂ ਦਾ ਸੁਭਾਅ ਹੁੰਦਾ। ਉਹ ਖੁਸ਼ੀ ਗਮੀ ਤੋਂ ਉੱਪਰ ਹੁੰਦੇ ਨੇ। ਛੋਟੇ ਬੱਚੇ ਵੇਖੋ, ਕਈਆਂ ਥਾਵਾਂ 'ਤੇ ਪੂਰਾ ਗਮਗੀਨ ਮਾਹੌਲ ਹੁੰਦਾ ਹੈ, ਕਿਸੇ ਦੀ ਮੌਤ ਹੋਈ ਹੁੰਦੀ ਹੈ, ਲੋਕ ਰੋ ਰਹੇ ਹੁੰਦੇ ਹੈ, ਦੁੱਖ ਸਾਂਝਾ ਕਰ ਰਹੇ ਹੁੰਦੇ ਹੈ, ਪਰ ਛੋਟੇ ਬੱਚੇ ਨੂੰ ਉਹਨੂੰ ਨਹੀਂ, ਉਹ ਆਪਣਾ ਖੇਡਦਾ ਹੈ, ਹੱਸਦਾ ਹੈ, ਜੋ ਜੀ ਕਰਦਾ ਹੈ ਕਰਦਾ ਹੈ। ਉਹਨੂੰ ਉਹ ਖੁਸ਼ੀ ਅਤੇ ਗਮੀ ਤੋਂ ਉੱਪਰ ਹੈ। ਸੋ ਰੱਬ ਦੇ ਪਿਆਰੇ ਜਿਹੜੇ ਹੈ ਨਾ, ਉਹ ਬਾਲ ਸੁਭਾਅ ਹੁੰਦਾ ਉਹਨਾਂ ਦਾ। ਅਤੀਤ ਜਗ ਅਤੇ ਸੰਸਾਰ ਤੋਂ ਅਤੀਤ ਵੈਰਾਗਵਾਨ ਹੋ ਕੇ ਰਹਿੰਦੇ ਹੈ। ਵਰ ਸਰਾਪ ਦਾ ਭਰਮ ਚੁਕਾਇਆ। ਵਰ ਅਤੇ ਸਰਾਪ ਇਤਿਆਦਿਕ ਦਾ ਉਸਨੇ ਭਰਮ ਹੀ ਦੂਰ ਕਰ ਦਿੱਤਾ, ਕਿਉਂਕਿ ਈਰਖਾ ਨਹੀਂ, ਦੁਐਸ਼ ਨਹੀਂ। ਸਰਾਪ ਈਰਖਾ ਦੇ ਵੱਸ ਹੀ ਹੁੰਦਾ ਹੈ। ਔਰ ਜੇ ਕਿਸੇ 'ਤੇ ਖੁਸ਼ੀ ਹੋ ਗਈ, ਉਹਨੂੰ ਵਰ ਦੇ ਦਿੱਤਾ। ਉਹ ਇਹਨਾਂ ਤੋਂ ਉੱਪਰ ਉੱਠ ਜਾਂਦੇ ਨੇ। ਵਰ ਅਤੇ ਸਰਾਪ ਇਹਦਾ ਭਰਮ ਹੀ ਦੂਰ ਕਰ ਦਿੱਤਾ। ਜੇਹਾ ਭਾਓ ਤੇਹੋ ਫਲ ਪਾਇਆ। ਸੋ ਪਰਮੇਸ਼ਰ ਦੇ ਪਿਆਰੇ ਭਗਤਾਂ ਦੇ ਮਨ ਵਿੱਚ ਇਹ ਨਿਸ਼ਚਾ ਹੁੰਦਾ ਹੈ, ਜੇਹਾ ਭਾਓ, ਜਿਹੋ ਜਿਹੀ ਕਿਸੇ ਦੇ ਅੰਦਰ ਭਾਵ ਭਾਵਨਾ ਹੈ, ਜਿੱਦਾਂ ਦਾ ਕਿਸੇ ਦੇ ਅੰਦਰ ਕੋਈ ਪ੍ਰਭੂ ਦੇ ਨਾਲ ਪ੍ਰੇਮ ਕਰਦਾ ਹੈ, ਤੇਹੋ ਫਲ ਪਾਇਆ, ਉਹ ਉਹੋ ਜਿਹਾ ਫਲ ਪ੍ਰਭੂ ਤੋਂ ਪ੍ਰਾਪਤ ਕਰ ਲੈਂਦੇ ਹੈ। ਇੱਥੇ ਗੁਰੂ ਦੇ ਦਰ 'ਤੇ ਭਾਵਨਾ ਨੂੰ ਫਲ ਲੱਗਦੇ ਹੈ। ਇਸ ਲਈ ਸਾਡੀ ਭਾਵਨਾ ਸ਼ੁੱਧ ਹੋਵੇ, ਗੁਰੂ ਪਰਮੇਸ਼ਰ ਦੇ ਨਾਲ ਮਨ ਵਿੱਚ ਪ੍ਰੇਮ ਹੋਵੇ, ਤਾਂ ਸਤਿਗੁਰੂ ਬਖਸ਼ਿਸ਼ਾਂ ਰਹਿਮਤਾਂ ਕਰਦੇ ਹੈ। ਭਾਈ ਗੁਰਦਾਸ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਜੀ, ਅਗਾਂਹ ਵਾਸਤੇ ਸੁਮਤ ਬਖਸ਼ਣੀ। ਬਾਲ ਸੁਭਾਏ ਅਤੀਤ ਜਗ, ਵਰ ਸਰਾਪ ਦਾ ਭਰਮ ਚੁਕਾਇਆ। ਜੇਹਾ ਭਾਉ ਤੇਹੋ ਫਲ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।